ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸਭ ਤੋਂ ਪਹਿਲਾਂ ਗੁਰਦੇਵ ਪਿਤਾ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ ਅਤੇ ਅੱਜ ਦੀ ਵਿਚਾਰਾਂ ਦੀ ਲੜੀ ਨੂੰ ਸ਼ੁਰੂ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਦੀ ਅਪਾਰ ਕਿਰਪਾ ਸਦਕਾ ਗੁਰਦੁਆਰਾ ਸਾਹਿਬ ਵਿਖੇ ਪਿਛਲੇ ਕੁਝ ਮਹੀਨਿਆਂ ਤੋਂ ਗੁਰਿਆਈ ਨਾਲ ਸੰਬੰਧਿਤ ਇੱਕ ਵਿਚਾਰਾਂ ਦੀ ਲੜੀ ਚੱਲ ਰਹੀ ਆ ਅਤੇ ਪਿਛਲੇ ਵਿਚਾਰ ਦੇ ਵਿੱਚ ਸਾਧ ਸੰਗਤ ਜਿਹੜੇ ਹਾਜ਼ਰ ਸੀ ਉਹਨਾਂ ਨੂੰ ਯਾਦ ਹੋਏਗਾ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਗੁਰਿਆਈ ਕਾਲ ਬਾਰੇ, ਖਾਸ ਤੌਰ ਦੇ ਉੱਤੇ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਗੁਰਿਆਈ ਦੇ ਉੱਤੇ ਸੁਭਾਈਮਾਨ ਹੁੰਦੇ ਨੇ ਅਤੇ ਜਦੋਂ ਉਹ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰਦੇ ਨੇ, ਸਿੱਖੀ ਦੇ ਵਿੱਚ ਮੀਰੀ ਪੀਰੀ ਦਾ ਜਿਹੜਾ ਵਿਵਹਾਰਿਕ ਰੂਪ ਹੈਗਾ, ਪ੍ਰੈਕਟੀਕਲ ਜਿਹੜੀ ਉਹਦੀ ਪ੍ਰੈਕਟਿਸ ਆ ਉਹ ਸ਼ੁਰੂ ਹੁੰਦੀ ਆ ਅਤੇ ਬਹੁਤ ਸਾਰੀ ਸੰਗਤ ਹੁੰਦੀ ਆ ਜਿਹਦੇ ਮਨ ਦੇ ਵਿੱਚ ਡਾਊਟਸ ਆ ਜਾਂਦੇ ਨੇ। ਅਤੇ ਇੱਕ ਬੇਨਤੀ ਕੀਤੀ ਸੀ ਕਿ ਡਾਊਟਸ ਕੁਐਸਚਨ ਹੋਣੇ ਕੋਈ ਮਾੜੀ ਗੱਲ ਨਹੀਂ ਹੁੰਦੀ, ਬਟ ਉਹਨਾਂ ਦੀ ਕਲੈਰਿਟੀ ਜਿਹੜੀ ਹੋਣੀ ਚਾਹੀਦੀ ਆ ਨਾ, ਉਹ ਗੁਰਮਤ ਅਨੁਸਾਰ ਹੋਣੀ ਚਾਹੀਦੀ ਆ, ਉਹ ਵਿਵੇਕ ਬੁੱਧ ਦੇ ਅਨੁਸਾਰ ਹੋਣੀ ਚਾਹੀਦੀ ਆ। ਅਤੇ ਉਹਨਾਂ ਜਿਹੜੇ ਕੁਐਸਚਨਸ ਅਤੇ ਆਨਸਰ ਹੈਗੇ ਨੇ ਉਹ ਸਾਨੂੰ ਗੁਰੂ ਪਾਤਸ਼ਾਹ ਦੇ ਨਾਲ ਜੋੜਨ ਵਾਲੇ ਹੋਣੇ ਚਾਹੀਦੇ ਆ, ਨਾ ਕਿ ਤੋੜਨ ਵਾਲੇ। ਕਿਉਂਕਿ ਸਿੱਖੀ ਦੇ ਵਿੱਚ ਗੁਰੂ ਪਾਤਸ਼ਾਹ ਨੇ ਸਾਨੂੰ ਵਿਵੇਕ ਬੁੱਧ ਦੇ ਧਾਰਨੀ ਹੋਣ ਦੀ ਜਿਹੜੀ ਜਾਚਨਾ ਆ ਉਹ ਕੀਤੀ ਹੈਗੀ ਆ। ਅਤੇ ਗੁਰੂ ਹਰਗੋਬਿੰਦ ਪਾਤਸ਼ਾਹ ਤੋਂ ਬਾਅਦ ਜਦੋਂ 7ਵੇਂ ਗੁਰੂ ਹਰ ਰਾਏ ਪਾਤਸ਼ਾਹ ਗੁਰਿਆਈ ਦੇ ਉੱਤੇ ਬਿਰਾਜਮਾਨ ਹੁੰਦੇ ਨੇ, ਕਿਉਂਕਿ ਜਦੋਂ ਅਸੀਂ ਗੁਰੂ ਘਰ ਦੀ ਪਰੰਪਰਾ ਵੱਲ ਵੇਖਦੇ ਹੈਗੇ ਹਾਂ ਕਿ ਗੁਰੂ ਪਾਤਸ਼ਾਹ ਪਹਿਲੇ ਪਾਤਸ਼ਾਹ ਭਾਈ ਲਹਿਣਾ ਜੀ ਦੀ ਪ੍ਰੀਖਿਆ ਲੈਂਦੇ ਹੈਗੇ ਆ, ਪਰ ਜਦੋਂ 5ਵੇਂ ਪਾਤਸ਼ਾਹ ਤੋਂ ਬਾਅਦ ਅਸੀਂ ਦੇਖਦੇ ਹਾਂ ਸਾਨੂੰ ਬਹੁਤ ਘੱਟ ਸਾਖੀਆਂ ਮਿਲਦੀਆਂ ਹੈਗੀਆਂ ਆ ਕਿ ਜਿਹਦੇ ਵਿੱਚ ਗੁਰੂ ਪਾਤਸ਼ਾਹ ਆਪਣੇ ਉਹਨਾਂ ਪਰਿਵਾਰ ਦੇ ਮੈਂਬਰਾਂ ਦੀ ਕਿਤੇ ਪ੍ਰੀਖਿਆ ਲੈਂਦੇ ਸਾਨੂੰ ਨਜ਼ਰ ਆ ਰਹੇ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉੱਥੇ ਜਿਹੜੀ ਇੱਕ ਮੈਰਿਟ ਦੀ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੀ ਪਰੰਪਰਾ ਸ਼ੁਰੂ ਕੀਤੀ ਸੀ ਉਹਦੇ ਨਾਲ ਕੋਈ ਕੰਪਰੋਮਾਈਜ਼ ਹੋਇਆ, ਕਿਉਂਕਿ ਗੁਰੂ ਪਾਤਸ਼ਾਹ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਵਿੱਚੋਂ ਵੀ ਉਹਨਾਂ ਮੈਂਬਰਾਂ ਨੂੰ ਗੁਰਿਆਈ ਦੀ ਬਖਸ਼ਿਸ਼ ਕੀਤੀ ਹੈਗੀ ਆ ਜਿਨ੍ਹਾਂ ਦਾ ਹਿਰਦਾ, ਜਿਨ੍ਹਾਂ ਦਾ ਰੂਹ ਆਤਮਾ ਗੁਰੂ ਨਾਨਕ ਪਾਤਸ਼ਾਹ ਦਾ ਰੂਪ ਬਣਨ ਲਈ ਤਿਆਰ ਹੈਗੀ ਆ। ਅਤੇ ਗੁਰੂ ਹਰ ਰਾਏ ਪਾਤਸ਼ਾਹ ਦੇ ਜੀਵਨ ਦੇ ਨਾਲ ਇੱਕ ਸਾਖੀ ਆਉਂਦੀ ਹੈਗੀ ਸਾਧ ਸੰਗਤ, ਤੁਸੀਂ ਆਮ ਉਸ ਸਾਖੀ ਨੂੰ ਸੁਣਿਆ ਵੀ ਹੋਏਗਾ ਕਿ ਗੁਰੂ ਪਾਤਸ਼ਾਹ ਇੱਕ ਵਾਰੀ ਛੋਟੀ ਉਮਰ ਦੇ ਵਿੱਚ, ਹਜੇ ਗੁਰਿਆਈ ਦੇ ਉੱਤੇ ਗੁਰੂ ਪਾਤਸ਼ਾਹ ਬਿਰਾਜਮਾਨ ਨਹੀਂ ਹੈਗੇ, ਇੱਕ ਬਾਗ ਦੇ ਵਿੱਚ ਬਗੀਚੇ ਦੇ ਵਿੱਚ ਘੁੰਮ ਰਹੇ ਹੁੰਦੇ ਆ ਅਤੇ ਉਹਨਾਂ ਦਾ ਜਿਹੜਾ ਚੋਲਾ ਆ ਉਹਦੇ ਨਾਲ ਕੁਝ ਫੁੱਲ ਖਹਿ ਕੇ ਟੁੱਟ ਜਾਂਦੇ ਨੇ ਅਤੇ ਗੁਰੂ ਹਰਗੋਬਿੰਦ ਪਾਤਸ਼ਾਹ ਇਸ ਘਟਨਾ ਨੂੰ ਆਪਣੀਆਂ ਅੱਖਾਂ ਨਾਲ ਦੇਖਦੇ ਨੇ। ਤਸਵੀਰ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਉੱਥੇ ਹਦਾਇਤ ਕਰ ਰਹੇ ਨੇ ਆਪਣੇ ਪੋਤਰੇ ਹਰ ਰਾਏ ਨੂੰ ਕਿ ਜੀਵਨ ਦੇ ਵਿੱਚ ਜਦੋਂ ਅਸੀਂ ਵਿਚਰਨਾ ਹੈਗਾ ਆ, ਅਸੀਂ ਕਿਸ ਤਰ੍ਹਾਂ ਵਿਚਰਨਾ। ਇਹ ਸਾਖੀ ਦਾ ਜਿਹੜਾ ਭਾਵ ਆ ਉਹ ਬਹੁਤ ਇੰਪੋਰਟੈਂਟ ਹੈਗਾ। ਜੇ ਸਾਖੀ ਦੀ ਅਸੈਂਸ ਸਾਨੂੰ ਸਮਝ ਆ ਗਈ ਤਾਂ ਹੋ ਸਕਦਾ ਸਾਡੀਆਂ ਅੱਜ ਜੀਵਨ ਦੀਆਂ ਜਿਹੜੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੇ ਉਹਨਾਂ ਦਾ ਸਮਾਧਾਨ ਹੋ ਸਕੇ। ਸਾਖੀ ਦਾ ਡੀਪਰ ਮੀਨਿੰਗ ਕੀ ਹੈਗਾ ਕਿ ਜਦੋਂ ਅਸੀਂ ਲਾਈਫ ਦੇ ਵਿੱਚ ਵਿਚਰਨਾ ਆ ਪੂਰੇ ਕੌਨਸ਼ੀਅਸ ਹੋ ਕੇ, ਸੁਚੇਤ ਹੋ ਕੇ, ਕਿ ਸਾਡੇ ਕਿਸੇ ਵੀ ਕਰਮ ਦੇ ਨਾਲ ਕਿਸੇ ਚੀਜ਼ ਦਾ ਨੁਕਸਾਨ ਨਾ ਹੋਏ, ਕਿਸੇ ਦਾ ਦਿਲ ਨਾ ਟੁੱਟੇ, ਕਿਉਂਕਿ ਗੁਰਮਤ ਜੋੜਨ ਦੀ ਧਾਰਨੀ ਆ, ਤੋੜਨ ਦੀ ਧਾਰਨੀ ਨਹੀਂ ਹੈਗੀ। ਉਹ ਸਾਖੀ ਨੂੰ ਜਦੋਂ ਅਸੀਂ ਸਮਝਦੇ ਹਾਂ ਸਾਧ ਸੰਗਤ, ਉਹ ਇੱਕ ਜੀਵਨ ਦਾ ਮੈਸੇਜ ਆ ਸਾਡਾ ਕਿ ਅਸੀਂ ਜੀਵਨ 'ਚ ਜਿਉਣਾ ਕਿਸ ਤਰ੍ਹਾਂ ਆ, ਜੀਵਨ 'ਚ ਵਿਚਰਨਾ ਕਿਸ ਤਰ੍ਹਾਂ ਹੈਗਾ ਆ। ਅਤੇ ਬਾਹਰੀ ਤੌਰ ਦੇ ਉੱਤੇ ਹੋ ਸਕਦਾ ਇਨਸਾਨ ਸੁਚੇਤ ਹੋ ਜਾਏ, ਪਰ ਕਈ ਵਾਰੀ ਅੰਦਰੂਨੀ ਤੌਰ 'ਤੇ ਇੰਟਰਨਲੀ ਸਾਨੂੰ ਪਤਾ ਨਹੀਂ ਹੁੰਦਾ, ਜਿਸ ਕਰਕੇ ਅਸੀਂ ਜੀਵਨ 'ਚ ਵਿਚਰਦਿਆਂ ਹੋਇਆਂ ਬਹੁਤ ਸਾਰੇ ਸ਼ਬਦ ਇਸ ਤਰ੍ਹਾਂ ਦੇ ਬੋਲ ਜਾਂਦੇ ਆ ਜਿਹਦੇ ਨਾਲ ਕਈਆਂ ਦਾ ਹਿਰਦਾ ਟੁੱਟਦਾ ਆ, ਕਈਆਂ ਦੇ ਮਨ 'ਚ ਅਸੀਂ ਨੈਗੇਟਿਵਿਟੀ ਪਾ ਦਿੰਦੇ ਹੈਗੇ ਆ। ਸਾਨੂੰ ਆਪਣੇ ਥਾਟਸ ਦਾ, ਆਪਣੇ ਸ਼ਬਦਾਂ ਦਾ ਵੀ ਵਿਚਰਦਿਆਂ ਕਿਸੇ ਵੇਲੇ ਪਤਾ ਨਹੀਂ ਲੱਗਦਾ। ਅਤੇ ਗੁਰੂ ਪਾਤਸ਼ਾਹ ਗੁਰਬਾਣੀ ਦੇ ਵਿੱਚ ਹੁਕਮ ਕਰਦੇ ਨੇ ਗੰਢ ਪ੍ਰੀਤੀ ਮਿੱਠੇ ਬੋਲ, ਕਿ ਜਿਹੜੀ ਪਿਆਰ ਦੀ ਗੰਢ ਆ ਨਾ ਇਹ ਮਿੱਠੇ ਬੋਲਾਂ ਦੇ ਨਾਲ ਵੱਜਦੀ ਆ। ਅਤੇ ਜੇ ਕਿਸੇ ਨੂੰ ਫਿੱਕਾ ਬੋਲੀਏ ਅਤੇ ਫਿਰ ਸਾਡਾ ਲੋਕ ਅਤੇ ਪਰਲੋਕ ਜਿਹੜਾ ਹੈਗਾ ਉਹ ਦੋਨੋਂ ਅਜਾਈ ਜਾਂਦੇ ਨੇ। ਸਾਨੂੰ ਆਪਣੇ ਬੋਲਾਂ ਪ੍ਰਤੀ ਜੀਵਨ 'ਚ ਵਿਚਰਦਿਆਂ ਇੰਨੇ ਸੁਚੇਤ ਰਹਿਣ ਦੀ ਲੋੜ ਹੈਗੀ ਹੈ। ਅਤੇ ਖਾਸ ਕਰਕੇ ਜਦੋਂ ਅਸੀਂ ਕੋਈ ਸ਼ਬਦ ਵਰਤਣਾ, ਸਾਧ ਸੰਗਤ ਇੱਕ ਤੁਹਾਨੂੰ ਸਕੈਟਰਿਸਟ ਹੈਗੇ ਨੇ ਡਾਕਟਰ ਜਸਵੰਤ ਸਿੰਘ ਨੇਕੀ, ਹੁਣ ਤੇ ਉਹ ਜਾ ਚੁੱਕੇ ਨੇ ਇਸ ਜਹਾਨ ਦੇ ਉੱਤੋਂ,
ਤੇ ਬਹੁਤ ਸਾਰੀਆਂ ਉਹਨਾਂ ਨੇ ਬਾਈ ਪ੍ਰੋਫੈਸ਼ਨ ਉਹ ਮੈਡੀਕਲ ਦੇ ਡਾਕਟਰ ਹੈਗੇ ਆ, ਸਕੈਟਰਿਸਟ ਹੈਗੇ ਆ, ਤੇ ਪਰ ਗੁਰੂ ਪਾਤਸ਼ਾਹ ਨੇ ਉਹਨਾਂ ਤੇ ਰਹਿਮਤ ਕੀਤੀ ਸੀ। ਉਹ ਪੋਇਟ ਵੀ ਸੀ, ਸਿੱਖ ਥਿੰਕਰ ਵੀ ਸੀ, ਸਿੱਖ ਥਿਓਲੋਜੀਅਨ ਵੀ ਸੀ। ਬੜੀਆਂ ਕਿਤਾਬਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਨੇ ਪੰਥ ਦੀ ਝੋਲੀ ਦੇ ਵਿੱਚ ਪਾਈਆਂ ਹੈਗੀਆਂ। ਤੇ ਇੱਕ ਆਪਣੀ ਉਹ ਲਾਈਫ ਦਾ ਉਹਨਾਂ ਨੇ ਆਪਣੀ ਇੱਕ ਬੁੱਕ ਲਿਖੀ ਸੀ ਅਚੇਤਨ ਦੀ ਲੀਲਾ, ਕਿ ਦ ਪਲੇ ਆਫ ਆਵਰ ਅਨਕੌਂਸ਼ੀਅਸ ਮਾਈਂਡ, ਕਿ ਹਾਊ ਇਟ ਵਰਕਸ। ਤੇ ਉਹਦੇ ਵਿੱਚ ਉਹਨਾਂ ਨੇ ਆਪਣੇ ਮੈਡੀਕਲ ਪ੍ਰੋਫੈਸ਼ਨ ਦੇ ਬੜੇ ਐਕਸਪੀਰੀਅੰਸ ਜਿਹੜੇ ਸੀ ਉਹ ਸ਼ੇਅਰ ਕੀਤੇ ਸੀ। ਤੇ ਉਹਦੇ ਵਿੱਚ ਇੱਕ ਉਹ ਐਪੀਸੋਡ ਦਾ ਜ਼ਿਕਰ ਕਰਦੇ, ਕਹਿੰਦੇ ਇੱਕ ਵਾਰੀ ਮੈਂ ਅਫਰੀਕਨ ਕੰਟਰੀ ਦੇ ਵਿੱਚ ਸੀ ਤੇ ਉੱਥੇ ਇੱਕ ਬੱਚਾ ਆਇਆ ਮੇਰੇ ਕੋਲ, ਯੰਗ ਮੁੰਡਾ ਸੀ ਉਹ ਬਿਲਕੁਲ, ਤੇ ਉਹ ਤੁਰ ਫਿਰ ਨਹੀਂ ਸੀ ਸਕਦਾ। ਉਹਦੇ ਮਾਪਿਓ ਜਿਹੜੇ ਹੈਗੇ ਸੀ ਉਹਨੂੰ ਚੁੱਕ ਕੇ ਲੈ ਕੇ ਆਉਂਦੇ ਨੇ। ਤੇ ਜਦੋਂ ਪੁੱਛਿਆ ਕਿ ਕੀ ਗੱਲ ਇਹ ਤੁਰ ਕਿਉਂ ਨਹੀਂ ਸਕਦਾ, ਕਹਿੰਦੇ ਘਟਨਾ ਇਸ ਤਰ੍ਹਾਂ ਵਾਪਰੀ ਕਿ ਜਿਹੜਾ ਸਾਡਾ ਬੱਚਾ ਸੀ ਨਾ, ਇਹ ਸੌਕਰ ਦਾ, ਫੁੱਟਬਾਲ ਦਾ ਬਹੁਤ ਵਧੀਆ ਪਲੇਅਰ ਸੀ। ਕਹਿੰਦੇ ਇੱਕ ਵਾਰੀ ਇਹਨੇ ਇੰਨਾ ਵਧੀਆ ਪਰਫੋਰਮ ਕੀਤਾ, ਇਹਦੀ ਪਰਫੋਰਮੈਂਸ ਕਰਕੇ ਜਿਹੜੀ ਟੀਮ ਸੀ ਉਹ ਜਿੱਤ ਗਈ। ਤੇ ਪੂਰੇ ਕਹਿੰਦੇ ਸਾਡੇ ਇਲਾਕੇ ਵਿੱਚ ਇਹਦੀ ਵਾਹ ਹੋਈ, ਬੜਾ ਗਲੋਰੀਫਾਈ ਕੀਤਾ ਗਿਆ, ਐਪਰੀਸ਼ੀਏਸ਼ਨ ਮਿਲੀ ਇਸ ਬੱਚੇ ਨੂੰ। ਸਾਰੇ ਲੋਕ ਕਹਿੰਦੇ ਸਾਡੇ ਘਰ ਵਧਾਈਆਂ ਦੇਣ ਆ ਰਹੇ ਸੀ। ਕਹਿੰਦੇ ਸਾਡੀ ਨਾ ਇੱਕ ਗਵਾਂਢਣ ਆਈ, ਉਹਨੇ ਆ ਕੇ ਇਹ ਸ਼ਬਦ ਬੋਲੇ ਕਿ ਤੁਹਾਡੇ ਬੱਚੇ ਦੀ ਨਾ ਬੜੀ ਜੈ ਜੈਕਾਰ, ਬੜੀ ਵਾਹ ਹੋ ਰਹੀ ਆ, ਇਹਨੂੰ ਬੁਰੀਆਂ ਨਜ਼ਰਾਂ ਤੋਂ ਬਚਾ ਕੇ ਰੱਖਿਓ, ਹੋ ਸਕਦਾ ਕਿਸੇ ਦੀ ਨਜ਼ਰ ਲੱਗ ਗਈ, ਇਹ ਤੁਰਨੋਂ ਫਿਰਨੋਂ ਹੀ ਜਾਏ। ਹੁਣ ਇੱਕ ਸਹਿਜ ਸੁਭਾਅ ਜਿਹੜੇ ਕਹੇ ਹੋਏ ਸ਼ਬਦ ਨੇ, ਉਹਨਾਂ ਸ਼ਬਦਾਂ ਨੇ ਉਸ ਬੱਚੇ ਦੇ ਮਨ ਦੇ ਉੱਤੇ ਉਹਨੇ ਸੁਣੇ, ਇਸ ਤਰ੍ਹਾਂ ਦਾ ਅਸਰ ਪਾਇਆ, ਉਸ ਤੋਂ ਬਾਅਦ ਉਹ ਤੁਰ ਹੀ ਨਹੀਂ ਪਾਇਆ। ਕਿ ਅਸੀਂ ਆਪਣੀ ਲਾਈਫ ਦੇ ਵਿੱਚ ਇਹ ਨੈਗੇਟਿਵ ਸ਼ਬਦ ਜਿਹੜੇ ਹੈਗੇ ਨੇ, ਕੋਈ ਬੋਲ ਹੈਗੇ ਨੇ, ਉਹਨਾਂ ਦਾ ਬਿਲਕੁਲ ਗੁਰੇਜ਼ ਕਰਨਾ। ਜਦੋਂ ਅਸੀਂ 18ਵੀਂ ਸਦੀ ਦਾ ਇਤਿਹਾਸ ਪੜ੍ਹਦੇ ਹਾਂ ਨਾ, when Sikhs they were living in jungles, they invented a special vocabulary during that time। ਤੇ ਅੱਜ ਵੀ ਤੁਹਾਨੂੰ ਜੇ ਪਤਾ ਹੋਏਗਾ ਸਾਧ ਸੰਗਤ, ਜੇ ਕੋਈ ਗੁਰੂ ਘਰ ਦੇ ਵਿੱਚ ਪ੍ਰਸ਼ਾਦੇ ਦੀ ਮੰਗ ਕਰੇ ਨਾ, ਇਫ ਪਰਸਨ ਵਾਂਟ ਟੂ ਟੇਕ ਵਨ ਦੇ ਨੈਵਰ ਸੇ ਵਨ, ਕਹਿੰਦੇ 1.25 ਲੱਖ। ਕਿ ਉਹ ਜਿਹੜਾ ਇੱਕ ਦਾ ਕਨਸੈਪਟ ਆ, ਥੋੜ੍ਹੇ ਦਾ ਕਨਸੈਪਟ ਆ, ਸਾਡੇ ਮਨ ਦੇ ਵਿੱਚ ਨਾ ਆਏ। ਤੇ ਉਹਨਾਂ ਕੋਲ ਖਾਣ ਲਈ ਰੋਟੀ ਨਹੀਂ ਸੀ ਹੁੰਦੀ, ਤੇ ਉਹ ਛੋਲਿਆਂ ਨੂੰ ਬਦਾਮ ਕਹਿੰਦੇ ਹੁੰਦੇ ਸੀ, ਜਿਹੜੇ ਉਹ ਸਿੱਖ ਹੁੰਦੇ ਸੀ। ਖਾਲਸਾਈ ਬੋਲੇ ਹੈਗੇ, ਇਹਨਾਂ ਦੀ ਇੱਕ ਬਹੁਤ ਲੰਬੀ ਚੌੜੀ ਜਿਹੜੀ ਲਿਸਟ ਆ ਉਹ ਮਹਾਨ ਕੋਸ਼ ਦੇ ਵਿੱਚ ਵੀ ਦਿੱਤੀ ਹੋਈ ਆ। ਕਹਿਣ ਤੋਂ ਭਾਵ ਕਿ ਉਹ ਸਿੱਖ ਇੰਨੇ ਸੁਚੇਤ ਨੇ ਇਹਨਾਂ ਸ਼ਬਦਾਂ ਦੇ ਪ੍ਰਤੀ ਕਿ ਕੋਈ ਵੀ ਸ਼ਬਦ ਇਸ ਤਰ੍ਹਾਂ ਦਾ ਨਹੀਂ ਬੋਲਣਾ ਜਿਹਦੇ ਨਾਲ ਸਾਡੇ ਮਾਈਂਡ ਦੇ ਉੱਤੇ ਕੋਈ ਨੈਗੇਟਿਵ ਇੰਪੈਕਟ ਪਏ। ਜੇ ਕੋਈ ਸਿੱਖ ਮੁਗਲਾਂ ਦੁਆਰਾ ਫੜਿਆ ਜਾਂਦਾ ਸੀ, ਉਹ ਕਦੀ ਨਹੀਂ ਸੀ ਕਹਿੰਦੇ ਕਿ ਇਹ ਜੇਲ੍ਹ ਦੇ ਵਿੱਚ ਆ, ਦ ਪਰਸਨ ਇਜ਼ ਇਨ ਜੇਲ। ਉਹ ਕਹਿੰਦੇ ਆਸ਼ਰਮ ਦੇ ਵਿੱਚ ਕਿਆ ਆ, ਗੈਸਟ ਹਾਊਸ, ਰੈਸਟ ਰੂਮ ਦੇ ਵਿੱਚ ਉਹ ਜਾ ਕੇ ਆਰਾਮ ਕਰ ਰਿਹਾ ਹੈਗਾ ਆ। ਸੋ ਕਹਿਣ ਤੋਂ ਭਾਵ ਕਿ ਜਦੋਂ ਅਸੀਂ ਜੀਵਨ ਦੇ ਵਿੱਚ ਵਿਚਰਨਾ ਆ, ਇਹ ਸਾਖੀ ਤੋਂ ਸਾਨੂੰ ਪਤਾ ਚੱਲਦਾ ਆ ਕਿ ਅਸੀਂ ਵਿਚਰਨਾ ਕਿਸ ਤਰ੍ਹਾਂ ਹੈਗਾ ਆ। ਤੇ ਗੁਰੂ ਹਰਿਰਾਏ ਪਾਤਸ਼ਾਹ ਨੇ ਆਪਣੇ ਜੀਵਨ ਦੇ ਵਿੱਚ 6ਵੇਂ ਪਾਤਸ਼ਾਹ ਦੇ ਇਹਨਾਂ ਬਚਨਾਂ ਨੂੰ ਇੰਨਾ ਕਮਾਇਆ ਕਿ ਉਹਨਾਂ ਨੇ ਸਾਰੀ ਜ਼ਿੰਦਗੀ ਗੁਰੂ ਹੋਣ ਤੋਂ ਪਹਿਲਾਂ ਵੀ ਇਹਦੀ ਕਮਾਈ ਕੀਤੀ ਇਹਨਾਂ ਸ਼ਬਦਾਂ ਦੀ। ਕਹਿਣ ਤੋਂ ਭਾਵ ਕਿ ਜਿੰਨੇ ਸਿੱਖਣਾ ਆ ਨਾ ਸਾਧ ਸੰਗਤ, ਉਹਨੇ ਗੁਰੂ ਦੇ ਇੱਕ ਬਚਨ ਨੂੰ ਆਪਣੇ ਮਨ ਦੇ ਵਿੱਚ, ਆਪਣੀ ਸੁਰਤ ਦੇ ਵਿੱਚ ਵਸਾ ਲੈਣਾ ਆ। ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਵਨ ਟੀਚਿੰਗ ਕੈਨ ਟਰਾਂਸਫਾਰਮ ਅਸ। ਪਰ ਉਹ ਸੁਣਨੀ ਇਕੱਲੀ ਕੰਨਾਂ ਨਾਲ ਨਹੀਂ, ਮਨ ਨਾਲ, ਆਪਣੀ ਸੁਰਤ ਨਾਲ ਸੁਣਨੀ ਪਏਗੀ। ਇਸ ਕਰਕੇ ਜਿਹੜੀ ਗੁਰਿਆਈ ਦੀ ਬਖਸ਼ਿਸ਼ ਹੈਗੀ ਆ, 6ਵੇਂ ਪਾਤਸ਼ਾਹ ਆਪਣੇ ਪੁੱਤਰਾਂ ਨੂੰ ਨਹੀਂ, ਆਪਣੇ ਪੋਤਰੇ ਨੂੰ, ਜਿਹੜੇ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਹੈਗੇ ਨੇ, ਉਹਨਾਂ ਨੂੰ ਬਖਸ਼ਿਸ਼ ਕਰਦੇ ਨੇ। ਜੇ ਅਸੀਂ ਗੁਰਿਆਈ ਦੇ ਉੱਤੇ ਜਿਹੜੇ ਪਿਛਲੇ ਸਾਡੇ ਲੈਸਨ ਚੱਲੇ ਨੇ, ਉਹਨਾਂ ਵਿੱਚ ਇੱਕ ਗੱਲ ਬੜੀ ਆਮ ਆਈ ਆ ਕਿ ਵੈਨ ਐਵਰ ਆਵਰ ਗੁਰੂ ਪਾਤਸ਼ਾਹ ਦੇ ਸਿਲੈਕਟਡ ਦੇਅਰ ਸਕਸੈਸਰ, at the same time their sons created conflict for them, so they opposed them। for example ਗੁਰੂ ਨਾਨਕ ਪਾਤਸ਼ਾਹ ਦੇ ਪੁੱਤਰ ਆ, ਗੁਰੂ ਅੰਗਦ ਦੇ ਪਾਤਸ਼ਾਹ ਦੇ ਹੈਗੇ ਨੇ। ਬਟ ਇੱਥੇ ਜਦੋਂ ਗੁਰੂ ਹਰਿਰਾਏ ਪਾਤਸ਼ਾਹ ਨੂੰ ਗੁਰਿਆਈ ਦੀ ਬਖਸ਼ਿਸ਼ ਹੁੰਦੀ ਆ, ਤੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਪੁੱਤਰਾਂ ਦੇ ਵਿੱਚੋਂ ਕੁਝ ਇਸ ਸੰਸਾਰ ਤੋਂ ਵੀ ਜਾ ਚੁੱਕੇ ਸਨ। ਗੁਰੂ ਤੇਗ ਬਹਾਦਰ ਪਾਤਸ਼ਾਹ ਉਦੋਂ ਹਜੇ ਗੁਰੂ ਨਹੀਂ ਬਣੇ ਹੈਗੇ। ਸਭ ਤੋਂ ਪਹਿਲਾਂ ਆ ਕੇ ਗੁਰੂ ਹਰਿਰਾਏ ਪਾਤਸ਼ਾਹ ਦੇ ਪੈਰਾਂ ਦੇ ਉੱਤੇ ਮੱਥਾ ਟੇਕਦੇ ਨੇ, ਉਹਨਾਂ ਨੂੰ ਸਜਦਾ ਕਰਦੇ ਨੇ। ਹੁਣ ਜੇ ਸੰਸਾਰਿਕ ਰਿਸ਼ਤੇ ਦੇ ਵਿੱਚ ਦੇਖਣਾ ਹੋਏ ਤੇ ਇੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਗੁਰੂ ਹਰਿਰਾਏ ਪਾਤਸ਼ਾਹ ਦੇ ਸੰਸਾਰਿਕ ਰਿਸ਼ਤੇ ਵਿੱਚ ਚਾਚਾ ਜੀ ਲੱਗਦੇ ਨੇ। ਉਮਰ 'ਚ ਵੀ ਵੱਡੇ ਨੇ, ਸੰਸਾਰਿਕ ਰਿਸ਼ਤੇ 'ਚ ਵੀ ਵੱਡੇ ਨੇ। ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਗੁਰੂ ਨਾਨਕ ਪਾਤਸ਼ਾਹ ਦੇ ਦਰ ਦੇ ਉੱਤੇ ਜਦੋਂ ਕੋਈ ਗੁਰੂ ਨਾਨਕ ਪਾਤਸ਼ਾਹ ਦਾ ਰੂਪ ਹੋ ਜਾਂਦਾ ਆ, ਉਹ ਫਿਰ ਸਰਵ ਉੱਚ ਹੋ ਜਾਂਦਾ, ਸੁਪਰੀਮ ਹੋ ਜਾਂਦਾ ਆ। ਤੇ ਇਸ ਤੋਂ ਬਾਅਦ ਕਿਉਂਕਿ ਹੁਣ ਨਾ ਭਾਈ ਗੁਰਦਾਸ ਜੀ ਵੀ ਇਸ ਜਹਾਨ ਤੋਂ ਜਾ ਚੁੱਕੇ ਨੇ,
ਤੇ ਗੁਰੂ ਪਾਤਸ਼ਾਹ ਦੀ ਬਾਣੀ ਵੀ ਜਿਹੜੀ ਹੈਗੀ ਉਹਨਾਂ ਨੇ ਨਹੀਂ ਜੀਵਨ 'ਚ ਉਚਾਰੀ। ਤੇ ਉਹਨਾਂ ਦੇ ਜੀਵਨ ਸਰੋਤਾਂ ਨੂੰ ਆਧਾਰ ਮੰਨ ਕੇ ਪ੍ਰਿੰਸੀਪਲ ਸਤਬੀਰ ਸਿੰਘ ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਕੁਝ ਕੀ ਟੀਚਿੰਗਸ ਹੈਗੀਆਂ ਨੇ, ਉਹਨਾਂ ਦੇ ਜੀਵਨ ਦੇ ਵਿੱਚੋਂ ਸਾਨੂੰ ਕੀ ਸਿੱਖਣ ਨੂੰ ਮਿਲਦਾ ਆ, ਉਹ ਤੁਹਾਡੇ ਨਾਲ ਸਾਧ ਸੰਗਤ ਉਹਨਾਂ ਦੀ ਸਾਂਝ ਪਾਵਾਂਗੇ ਜੀ। ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਨੇ ਜਿਸ ਗੱਲ ਦੇ ਉੱਤੇ ਆਪਣੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਐਮਫੇਸਾਈਜ਼ ਕੀਤਾ, ਜ਼ੋਰ ਕੀਤਾ ਕਿ ਗੁਰੂ ਦੀ ਖੁਸ਼ੀ ਉਸ 'ਤੇ ਹੈ ਜੋ ਸਮੇਂ ਕੁੱਬਿਓਂ ਆਏ ਅਤਿਥੀ ਨੂੰ ਰੁਚਕਰ ਪ੍ਰਸ਼ਾਦ ਛਕਾਉਂਦਾ ਹੈ। ਅਤਿਥੀ ਹੁੰਦਾ ਗੈਸਟ। ਸਾਨੂੰ ਆਮ ਪਰੰਪਰਾ ਸਾਨੂੰ ਪਤਾ ਹੋਏਗੀ ਕਿ ਅੱਜ ਸਾਡਾ ਲਾਈਫ ਸਟਾਈਲ ਜਿਹੜਾ ਹੈਗਾ ਚੇਂਜ ਹੋ ਚੁੱਕਾ। ਗੈਸਟ ਵੀ ਆਏ ਤੇ ਜ਼ਿਆਦਾਤਰ ਕਿੰਨੇ ਹੋਟਲ ਦੇ ਵਿੱਚ ਹੀ ਠਹਿਰੇ ਹੁੰਦੇ ਹੋਏ ਨੇ। ਬਟ ਇੱਕ ਸਮਾਂ ਹੁੰਦਾ ਸੀ ਜਦੋਂ ਸਾਡੇ ਘਰਾਂ ਦੇ ਵਿੱਚ ਕਮਰੇ ਭਾਵੇਂ ਘੱਟ ਵੀ ਹੁੰਦੇ ਸੀ, ਪਰ ਉਦੋਂ ਦਿਲ ਸਾਡੇ ਬਹੁਤ ਵੱਡੇ ਹੁੰਦੇ ਸੀ। ਇਸ ਸੱਚਾਈ ਨੂੰ ਸਾਨੂੰ ਪਹਿਚਾਨਣਾ ਪਏਗਾ। ਇੱਕ ਦੋ ਦੋ ਕਮਰਿਆਂ ਦੇ ਵਿੱਚ ਵੀ 10-10 15-15 ਜੀ ਰਹਿ ਰਹਿੰਦੇ ਸੀ ਸਾਧ ਸੰਗਤ ਜੀ। ਪਰ ਅੱਜ ਸਾਡੇ ਕੋਲ ਬੇਸ਼ੱਕ ਕਮਰੇ ਵੱਡੇ ਹੋ ਗਏ, ਪਰ ਅਸੀਂ ਕਿੰਨੇ ਕੁ ਵੈਲਕਮ ਹੈਗੇ ਹੋ ਸਾਨੂੰ ਆਪਣੇ ਸਾਰਿਆਂ ਨੂੰ ਜੱਜ ਕਰਨ ਦੀ ਲੋੜ ਨਹੀਂ ਹੈਗੇ। ਵੀ ਨੋ ਦਾ ਰਿਐਲਿਟੀ। ਤੇ ਗੁਰੂ ਪਾਤਸ਼ਾਹ ਇੱਕ ਸਿੱਖਾਂ ਦੇ ਘਰ ਦੀ ਪਰੰਪਰਾ ਹੁੰਦੀ ਕਿ ਦੇ ਨੈਵਰ ਕਲੋਜ਼ ਦੇਅਰ ਡੋਰਸ, ਕਿ ਕੋਈ ਪਤਾ ਨਹੀਂ ਕਦੋਂ ਕਿਸੇ ਨੂੰ ਇਹ ਪਤਾ ਹੁੰਦਾ ਸੀ ਨਾ ਕਿ ਗੁਰਸਿੱਖ ਦਾ ਘਰ ਆ, ਤੇ ਕੋਈ ਵੀ ਰਾਹਗੀਰ ਜਿਹੜਾ ਹੁੰਦਾ ਸੀ ਉਹ ਬੇਝਿਜਕ ਹੋ ਕੇ ਜਾਂਦਾ ਹੁੰਦਾ ਸੀ ਕਿ ਮੈਨੂੰ ਪ੍ਰਸ਼ਾਦਾ ਮਿਲੇਗਾ। ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਲੰਗਰ ਆ ਨਾ ਉਹ ਇੱਥੇ ਚੱਲਦਾ ਰਹੂਗਾ। ਮਾਫ਼ ਕਰਨਾ, ਅੱਜ ਕਈ ਵੀਰ ਜਿਹੜੇ ਹੁੰਦੇ ਆ ਨਾ, ਜਦੋਂ ਗੱਲਾਂ ਕਰਦੇ ਨੇ, ਪ੍ਰਚਾਰ ਕਰਦੇ ਨੇ, ਇਸ ਗੱਲ ਦੇ ਉੱਤੇ ਬੜਾ ਕਰਦੇ ਨੇ ਕਿ ਸਿੱਖ ਜਿਹੜਾ ਜ਼ਿਆਦਾ ਪੈਸਾ ਆਪਣਾ ਲੰਗਰਾਂ ਦੇ ਉੱਤੇ ਲਾ ਦਿੰਦੇ ਨੇ। ਠੀਕ ਆ ਕਿ ਸਾਨੂੰ ਇੱਕ ਹਿਸਾਬ ਦੇ ਨਾਲ ਖਰਚਣਾ ਚਾਹੀਦਾ। ਆਪਾਂ ਇਹ ਵੀ ਨਹੀਂ ਕਹਿੰਦੇ ਕਿ ਵੇਸਟ ਕਰਨਾ ਚਾਹੀਦਾ, ਪਰ ਨਾਲ ਦੀ ਨਾਲ ਕਈ ਵਾਰੀ ਇਹ ਵੀ ਕਹਿ ਲੈਂਦੇ ਨੇ ਕਿ ਲੰਗਰ ਤਾਂ ਸਿਰਫ ਲੋੜਵੰਦ ਲਈ ਹੈਗਾ ਸੀ। ਗੁਰੂ ਨਾਨਕ ਪਾਤਸ਼ਾਹ ਨੇ ਸਾਧੂ ਸੰਤਾਂ ਦੀ ਸੇਵਾ ਲਈ ਸ਼ੁਰੂ ਕੀਤਾ ਸੀ, ਹਜੇ ਕੱਲ੍ਹ ਹੀ ਕਿਸੇ ਨਾਲ ਵਿਚਾਰ ਚੱਲ ਰਹੀ ਸੀ। ਤੇ ਇਹ ਹੁਣ ਜ਼ਰੂਰੀ ਨਹੀਂ ਹੈਗਾ, ਕਿਉਂਕਿ ਹੁਣ ਸਿੱਖਾਂ ਕੋਲ ਫਾਈਨੈਂਸ਼ੀਅਲੀ ਤੌਰ 'ਤੇ ਆਪਣੇ ਘਰ ਖਾਣ ਪੀਣ ਜੋਗਾ ਸਭ ਕੁਝ ਹੈਗਾ ਆ। ਤੇ ਮੈਂ ਫਿਰ ਇੱਕ ਗੱਲ ਸਮਝਾਈ, ਮੈਂ ਕਿਹਾ ਗੁਰੂ ਨਾਨਕ ਪਾਤਸ਼ਾਹ ਨੂੰ ਛੱਡੋ, ਜਦੋਂ ਅਕਬਰ ਬਾਦਸ਼ਾਹ ਗੁਰੂ ਪਾਤਸ਼ਾਹ ਦੇ ਦਰਬਾਰ 'ਚ ਆਉਂਦਾ ਆ, ਉਸ ਬਾਦਸ਼ਾਹ ਕੋਲ ਕੀ ਪ੍ਰਸ਼ਾਦਾ ਛਕਣ ਜੋਗੇ ਪੈਸੇ ਨਹੀਂ ਸੀ ਹੈਗੇ। ਉਸ ਨੂੰ ਗੁਰੂ ਘਰ ਦੇ ਵਿੱਚ ਸਾਰਿਆਂ ਨਾਲ ਬੈਠ ਕੇ ਜਿਹੜਾ ਬਰਾਬਰਤਾ ਦਾ ਉਪਦੇਸ਼ ਆ ਕਿ ਊਚ ਨੀਚ ਦਾ ਜਿਹੜਾ ਵਿਤਕਰਾ ਆ ਸਾਡੇ ਮਨਾਂ 'ਚੋਂ ਖਤਮ ਹੋਏ। ਲੰਗਰ ਇਸ ਕਰਕੇ ਵੀ ਮਹਾਨ ਹੈਗਾ, ਜਦੋਂ ਅਸੀਂ ਕਿਸੇ ਥਾਟ ਨੂੰ ਪ੍ਰਚਾਰਨਾ ਹੈਗਾ, ਸਾਡੇ ਥਾਟ ਦੇ ਵਿੱਚੋਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਇਹਦਾ ਮਤਲਬ ਕੀ ਆ। ਸਾਡੇ ਲਈ ਗੁਰੂ ਪਾਤਸ਼ਾਹ ਦੀ ਹਰ ਉਹ ਸੰਸਥਾ ਜਿਹੜੀ ਹੈਗੀ ਆ ਸਿਰਮੌਰ ਆ, ਜਿਹੜੀ ਉਹਨਾਂ ਦਿੱਤੀ ਹੈਗੀ, ਤੇ ਸਾਡੇ ਮਨ ਦੇ ਵਿੱਚ ਉਹਨੂੰ ਵਧਾਉਣ ਦਾ ਸਿਧਾਂਤ ਹੋਣਾ ਚਾਹੀਦਾ, ਘਟਾਉਣ ਦਾ ਕਦੇ ਨਹੀਂ ਹੋਣਾ ਚਾਹੀਦਾ। ਖੈਰ, ਆਪਾਂ ਵਾਪਸ ਆਈਏ ਆਪਣੇ ਪੁਆਇੰਟ ਵੱਲ ਕਿ ਹਮੇਸ਼ਾ ਘਰ ਆਏ ਨੂੰ ਤੁਸੀਂ ਖੁੱਲ੍ਹੇ ਦਿਲ ਦੇ ਨਾਲ ਜਿਹੜਾ ਹੈਗਾ ਮਿਲਣਾ ਹੈਗਾ। ਅਤੇ ਫਿਰ ਜਿਹੜੀ ਦੂਸਰੀ ਉਹਨਾਂ ਦੀ ਸਿੱਖਿਆ ਹੈਗੀ ਆ, ਮਨ ਜਾਗੇ ਕਿ ਇਹ ਨਿਸ਼ਾਨੀ ਪ੍ਰਿਯ ਲਾਗੇ ਉਰ ਸਤਿਗੁਰ ਬਾਣੀ, ਕਿ ਜਿਹਦਾ ਮਨ ਜਾਗ ਪੈਂਦਾ ਉਹਨੂੰ ਗੁਰੂ ਦੀ ਬਾਣੀ ਜਿਹੜੀ ਹੈਗੀ ਆ ਉਹ ਮਿੱਠੀ ਲੱਗਣ ਲੱਗ ਪੈਂਦੀ। ਇਹ ਸਾਧ ਸੰਗਤ ਇੱਕ ਬੜੀ ਆਮ ਜੀ ਗੱਲ ਆ ਕਿ ਕਈ ਵਾਰੀ ਨਾ ਬਹੁਤ ਸਾਰੇ ਪ੍ਰਸ਼ਨ ਇਸ ਤਰ੍ਹਾਂ ਦੇ ਹੁੰਦੇ ਨੇ ਜਿਹਦੇ ਵਿੱਚੋਂ ਪਤਾ ਲੱਗ ਰਿਹਾ ਹੁੰਦਾ ਕਿ ਸਾਨੂੰ ਬਾਣੀ ਦੇ ਨਾਲ ਕਿੰਨਾ ਕੁ ਪਿਆਰ ਹੈਗਾ ਆ। ਵੀ ਨਿਤਨੇਮ ਦੀਆਂ ਕਿੰਨੀਆਂ ਬਾਣੀਆਂ ਨੇ, 3 ਪੜ੍ਹਨੀਆਂ ਚਾਹੀਦੀਆਂ, 5 ਪੜ੍ਹਨੀਆਂ ਚਾਹੀਦੀਆਂ, ਜਪਜੀ ਸਾਹਿਬ ਨੂੰ ਕਿਸ ਟਾਈਮ ਦੇ ਉੱਤੇ ਕਰਨਾ ਚਾਹੀਦਾ ਹੈਗਾ ਆ। ਇਹ ਸਵਾਲ ਉਦੋਂ ਤੱਕ ਨੇ ਜਦੋਂ ਤੱਕ ਹਜੇ ਸਾਡਾ ਮਨ ਬਾਣੀ ਦੇ ਨਾਲ ਭਿੱਜਿਆ ਨਹੀਂ, ਉਹਦੇ ਨਾਲ ਪ੍ਰੀਤ ਨਹੀਂ ਪਈ। ਜਿੱਦਣ ਪ੍ਰੀਤ ਪੈ ਗਈ ਉਦਣ ਇਹ ਸਵਾਲ ਨਹੀਂ ਹੋਏਗਾ। ਉਸ ਦਿਨ ਤੇ ਸਾਨੂੰ 24 ਘੰਟੇ ਵੀ ਜਿਹੜੇ ਜੀਵਨ ਦੇ ਨੇ ਉਹ ਥੋੜ੍ਹੇ ਲੱਗਣਗੇ। ਤੇ ਅੱਜ ਤੱਕ ਮੈਂ ਪਹਿਲਾਂ ਵੀ ਬੇਨਤੀ ਕਰਦਾ ਹੁੰਦਾ ਕਿ ਜਿੰਨੀ ਵੀ ਸਾਡੀ ਗੱਲਬਾਤ ਹੁੰਦੀ ਅੰਮ੍ਰਿਤ ਵੇਲੇ ਨੂੰ ਲੈ ਕੇ, ਬੜੀ ਸਾਡੇ ਅੱਜ ਕੱਲ੍ਹ ਡਿਸਕਸ਼ਨ ਚੱਲਦੀ ਹੈ ਕਿ ਅੰਮ੍ਰਿਤ ਵੇਲੇ ਬਾਣੀ ਪੜ੍ਹਨੀ ਚਾਹੀਦੀ ਆ, ਜਾਂ ਕਈ ਵੀਰ ਇਹ ਵੀ ਕਹਿੰਦੇ ਨੇ ਕਿ ਸਾਰਾ ਅੰਮ੍ਰਿਤ ਵੇਲਾ ਹੀ ਬਣ ਜਾਂਦਾ ਜਦੋਂ ਇਨਸਾਨ ਬਾਣੀ ਪੜ੍ਹਦਾ ਆ, ਕਿਸੇ ਸਪੈਸੀਫਿਕ ਟਾਈਮ ਦੀ ਮਹਾਨਤਾ ਨਹੀਂ ਹੈਗੀ। ਪਰ ਮਾਫ਼ ਕਰਨਾ, ਕਦੀ ਰਹਿਰਾਸ ਸਾਹਿਬ ਦੇ ਟਾਈਮ ਦੇ ਉੱਤੇ ਝਗੜਦਿਆਂ ਦੇਖਿਆ ਸਿੱਖ ਨੂੰ? ਸਿਰਫ ਜਪਜੀ ਸਾਹਿਬ ਦੇ ਟਾਈਮ ਦੇ ਉੱਤੇ ਝਗੜਾ ਪਾ ਕੇ ਬੈਠੇ ਹੈਗੇ ਨੇ। ਪਰ ਕਿਉਂਕਿ ਸਵੇਰੇ ਸਾਡੇ ਲਾਈਫ ਸਟਾਈਲ ਚੇਂਜ ਹੋ ਗਏ, ਅੱਜ ਅਸੀਂ ਸਵੇਰੇ ਰਾਤ ਨੂੰ ਲੇਟ ਸੌਂਦੇ ਹਾਂ, ਸਵੇਰੇ ਸਾਡੇ ਕੋਲ ਉੱਠਿਆ ਨਹੀਂ ਜਾਂਦਾ। ਇਸ ਕਰਕੇ ਆਪਾਂ ਇਹਨਾਂ ਚੀਜ਼ਾਂ ਦੇ ਨਾਲ ਕੰਪਰੋਮਾਈਜ਼ ਨਹੀਂ ਕਰਨਾ। ਜੇ ਮੈਂ ਨਹੀਂ ਉੱਠ ਸਕਦਾ ਤਾਂ ਉਹ ਮੇਰੀ ਕਮਜ਼ੋਰੀ ਆ, ਉਹ ਮੇਰਾ ਲਾਈਫ ਸਟਾਈਲ ਹੈਗਾ। ਮੈਂ ਆਪਣਾ ਲਾਈਫ ਸਟਾਈਲ ਸਾਰਿਆਂ ਦੇ ਉੱਤੇ ਨਹੀਂ ਥੋਪ ਸਕਦਾ। ਅਤੇ ਜਦੋਂ ਗੁਰੂ ਦੀ ਬਾਣੀ ਦੇ ਨਾਲ ਪਿਆਰ ਹੋਏਗਾ ਸਾਧ ਸੰਗਤ, ਫਿਰ 24 ਘੰਟੇ ਵੀ ਜੀਵਨ ਦੇ ਜਿਹੜੇ ਆ ਨਾ ਉਹ ਥੋੜ੍ਹੇ ਲੱਗਣਗੇ ਸਾਨੂੰ। ਫਿਰ ਹੋ ਸਕਦਾ ਇੱਕ ਗੁਰਸਿੱਖ ਇੱਕ ਪੰਕਤੀ ਨੂੰ ਸਾਰਾ ਦਿਨ ਜਪਦਾ ਰਹੇ, ਕਿਉਂਕਿ ਉਹ ਗੁਰਬਾਣੀ ਨਾਲ ਪਿਆਰ ਪੈ ਚੁੱਕਾ। ਅਤੇ ਜਦੋਂ ਤੱਕ ਗੁਰਬਾਣੀ ਇੱਕ ਬੋਝ ਸਮਝ ਕੇ, ਸਿਰਫ ਇੱਕ ਫਾਰਮੈਲਿਟੀ ਸਮਝ ਕੇ ਕੀਤੀ ਜਾਏਗੀ, ਫਿਰ ਤਾਂ ਮਾਫ਼ ਕਰਨਾ, ਜਪਜੀ ਸਾਹਿਬ ਕੀ ਮੂਲ ਮੰਤਰ ਕਰਨਾ ਵੀ ਔਖਾ ਲੱਗੇਗਾ। ਅਤੇ ਜੇ ਪਿਆਰ ਹੈਗਾ ਆ ਅਤੇ ਫਿਰ ਅੱਜ ਗੁਰਸਿੱਖ ਕਈ ਸੁਖਮਨੀ ਸਾਹਿਬ ਵੀ ਕਰਦੇ ਹੈਗੇ, ਕਿਉਂਕਿ ਬਾਣੀ ਦੇ ਨਾਲ ਪਿਆਰ ਹੈਗਾ ਆ। ਅਤੇ ਇਹ ਮਨ ਜਾਗੇ ਦੀ ਨਿਸ਼ਾਨੀ ਹੁੰਦੀ ਹੈ, ਕਿਉਂਕਿ ਸਾਡਾ ਮਨ
ਸੁੱਤਾ ਪਿਆ ਤੇ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਦੀ ਗੁਰੂ ਪਾਤਸ਼ਾਹ ਬਹੁਤ ਤਾਕੀਦ ਕਰਦੇ ਨੇ ਕਿ ਇਹ ਮੇਰੇ ਮਨਾ ਤੂੰ ਜਾਗ, ਸੌਂ ਨਾ, ਗਾਫਲ ਹੋ ਕੇ ਸੁੱਤਾ ਪਿਆ ਹੈਗਾ ਆ। ਤੇ ਅਜਾਪ ਵਸਤੂ ਹੋਰ ਕਈ ਨਹੀਂ, ਸ਼ਬਦ ਦਾ ਗਿਆਨ ਹੈ। ਕਿ ਅਜੱਪਾ ਜਾਪ ਉਹ ਅਵਸਥਾ ਜਦੋਂ ਅਸੀਂ ਆਪਣੇ ਮੁਖਾਰਬਿੰਦ ਤੋਂ ਵਾਹਿਗੁਰੂ ਭਾਵੇਂ ਨਾਮ ਹੀ ਕਹੀਏ, ਪਰ ਸਾਡੇ ਅੰਦਰ ਵਾਹਿਗੁਰੂ ਦਾ ਜਿਹੜਾ ਨਾਮ ਆ ਉਹ ਚੱਲ ਰਿਹਾ ਆ, ਤੇ ਉਹ ਗੁਰੂ ਦੇ ਸ਼ਬਦ ਦੇ ਗਿਆਨ ਰਾਹੀਂ ਸਾਨੂੰ ਜਿਹੜਾ ਹੈਗਾ ਉਹ ਪਤਾ ਹੋਣਾ ਆ। ਕਹਿਣ ਤੋਂ ਭਾਵ ਜਿੱਥੇ ਗੁਰਬਾਣੀ ਪੜ੍ਹਨੀ ਹੈਗੀ ਆ ਉੱਥੇ ਗੁਰਬਾਣੀ ਨੂੰ ਸਮਝਣਾ ਵੀ ਆ ਤੇ ਗੁਰਬਾਣੀ ਨੂੰ ਵਿਚਾਰਨਾ ਵੀ ਹੈਗਾ ਆ। ਤੇ ਅਗਲਾ ਜਿਹੜਾ ਹੈਗਾ ਜੀ, ਅੰਗ ਭੰਗ ਨੂੰ ਖਵਾਲਣਾ ਬੜਾ ਨੇਕ ਕਰਮ ਹੈ। ਅੰਗ ਭੰਗ ਹੁੰਦਾ ਹੈਂਡੀਕੈਪ, ਕਿ ਜਿਹੜਾ ਰੱਬ ਨਾ ਕਰੇ ਸਰੀਰਕ ਤੌਰ ਦੇ ਉੱਤੇ ਨਕਾਰਾ ਹੈਗਾ ਜਾਂ ਹੈਂਡੀਕੈਪ ਹੈਗਾ, ਉਹਦਾ ਵੀ ਬਿਲਕੁਲ ਖਿਆਲ ਰੱਖਣਾ। ਇੱਕ ਸਾਖੀ ਆਉਂਦੀ ਸਾਧ ਸੰਗਤ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਦੀ, ਕਿ ਗੁਰੂ ਪਾਤਸ਼ਾਹ ਉਸ ਸਮੇਂ ਹਜੇ ਗੋਇੰਦਵਾਲ ਨਹੀਂ ਵਸਿਆ, ਪਰ ਉਹ ਪਿੰਡ ਜਿਹੜਾ ਦੀਪਾਲਪੁਰ ਸੀ, ਕਹਿੰਦੇ ਗੋਇੰਦਵਾਲ ਸਾਹਿਬ ਦੇ ਕੋਲ ਹੁੰਦਾ ਸੀ। ਤੇ ਉੱਥੇ ਇੱਕ ਇਨਸਾਨ ਜਿਹੜਾ ਸੀ, ਫਕੀਰ ਸੀ, ਤੇ ਉਹ ਕੋਹੜੀ ਹੋ ਜਾਂਦਾ, ਤੇ ਉਸ ਨੂੰ ਪਿੰਡ ਵਾਲੇ ਜਿਹੜੇ ਨੇ ਉਹ ਬਾਹਰ ਕੱਢ ਦਿੰਦੇ ਨੇ, ਕਿਉਂਕਿ ਉਹਨਾਂ ਦੇ ਮਨ 'ਚ ਇਹ ਹੈ ਕਿ ਜੇ ਇਹ ਅਛੂਤ ਦਾ ਰੋਗ ਹੈ, ਜਿਹੜਾ ਵੀ ਕੋਈ ਇਹਨੂੰ ਟੱਚ ਕਰੇਗਾ ਉਹ ਵੀ ਇਸ ਰੋਗ ਤੋਂ ਗ੍ਰਸਤ ਹੋ ਜਾਏਗਾ। ਤੇ ਪਿੰਡ 'ਚ ਬਾਹਰ ਉਹਦੀ ਝੌਂਪੜੀ ਪਾਈ ਹੁੰਦੀ ਆ, ਤੇ ਗੁਰੂ ਨਾਨਕ ਪਾਤਸ਼ਾਹ ਤੇ ਭਾਈ ਮਰਦਾਨਾ ਜਦੋਂ ਜਾਂਦੇ ਨੇ ਉਸ ਦੇ ਕੋਲ, ਤੇ ਉਸ ਨੂੰ ਆਵਾਜ਼ ਦਿੰਦੇ ਨੇ। ਤੇ ਸਾਖੀਕਾਰ ਨੇ ਬੜੇ ਸੋਹਣੇ ਸ਼ਬਦਾਂ 'ਚ ਲਿਖਿਆ, ਤੇ ਅੱਗੋਂ ਕੋਹੜੀ ਫਕੀਰ ਦਾ ਜਵਾਬ ਆਉਂਦਾ, ਕਹਿੰਦਾ ਸ਼ੁਕਰ ਆ ਖੁਦਾ ਦਾ ਕਿਸੇ ਇਨਸਾਨ ਦੀ ਆਵਾਜ਼ ਮੇਰੇ ਕੰਨਾਂ ਦੇ ਵਿੱਚ ਪਈ। ਕਹਿਣ ਤੋਂ ਭਾਵ ਕਿ ਆਈਸੋਲੇਸ਼ਨ ਜਿਹੜੀ ਹੁੰਦੀ ਆ ਬੰਦੇ ਨੂੰ ਖਤਮ ਕਰ ਦਿੰਦੀ ਹੈ। ਅੱਜ ਅਸੀਂ ਜੋ ਕੁਝ ਸਾਡੇ ਨਾਲ ਵਾਪਰਿਆ ਸਾਧ ਸੰਗਤ ਦੀ, ਅੱਜ ਸਾਡੇ ਇੱਕ ਆਮ ਡਿਸਕਸ਼ਨ ਚੱਲਦੀ ਹੈ ਕਿ ਅੱਜ ਸਾਡੇ ਬੱਚੇ ਜਿਹੜੇ ਨੇ ਦੇ ਆਰ ਨੋਟ ਇੰਟਰਸਟਡ ਇਨ ਗੁਰਦੁਆਰਾਸ। ਆਪਾਂ ਪਹਿਲਾਂ ਵੀ ਉਹਦਾ ਜ਼ਿਕਰ ਕਰਦੇ ਹੁੰਦੇ ਹਾਂ, ਬਟ ਜਿੰਨੀ ਗੁਰਬਾਣੀ ਦੀ ਗੁਰੂ ਘਰਾਂ ਦੀ ਅੱਜ ਲੋੜ ਆ ਸ਼ਾਇਦ ਕਿਸੇ ਯੁੱਗ ਦੇ ਵਿੱਚ ਨਹੀਂ ਸੀ ਹੈਗੀ। ਕਿਉਂਕਿ ਅੱਜ ਡਿਪਰੈਸ਼ਨ, ਐਗਜ਼ਾਈਟੀ, ਵਰੀ, ਸਟ੍ਰੈਸ, ਛੋਟੇ ਛੋਟੇ ਬੱਚਿਆਂ ਦੇ ਵਿੱਚ ਇਹ ਵੋਕੈਬਲਰੀ ਆ ਚੁੱਕੀ ਹੈਗੀ ਕਿ ਮੈਂ ਸਟ੍ਰੈਸ ਦੇ ਵਿੱਚ ਹੈਗਾ। ਉਹ ਏਜ ਜਿਸ ਨੂੰ ਅਸੀਂ ਇੰਜੋਏ ਕਰਦੇ ਹੁੰਦੇ ਸੀ, ਉਹ ਬੱਚੇ ਅੱਜ ਕਹਿ ਰਹੇ ਹੈਗੇ ਨੇ ਜਿੰਨੀ ਧਰਮ ਦੀ ਅੱਜ ਲੋੜ ਆ ਸ਼ਾਇਦ ਕਿਸੇ ਯੁੱਗ ਦੇ ਵਿੱਚ ਵੀ ਨਹੀਂ ਹੈਗੀ ਸੀ। ਪਰ ਅਸੀਂ ਉਹਨਾਂ ਨੂੰ ਧਰਮ ਦੇਣਾ ਕਿਸ ਤਰ੍ਹਾਂ, ਉਹ ਸਾਡੇ 'ਤੇ ਡਿਪੈਂਡ ਹੈ। ਤੇ ਅਸੀਂ ਅੱਜ ਸੋਸ਼ਲੀ ਇੰਨੇ ਕਿ ਡਿਸਕਨੈਕਟ ਹੋ ਚੁੱਕੇ ਹੈਗੇ ਆ ਕਿ ਅਸੀਂ ਇੱਕ ਕਮਰੇ 'ਚ ਵੀ ਬੈਠੇ ਹੋਈਏ, ਚਾਰ ਜੀ ਇੱਕ ਬੈੱਡ 'ਤੇ ਵੀ ਬੈਠੇ ਹੋਈਏ, ਪਰ ਹੱਥਾਂ ਦੇ ਵਿੱਚ ਸਾਡੇ ਕੀ ਹੁੰਦਾ ਜੀ, we are sitting together but we are not together. This is the reality of our modern life. ਇਹ ਬੜੇ ਸੀਰੀਅਸ ਇਸ਼ੂ ਹੈਗੇ ਆ। ਨਾ ਤੇ ਇਹਦਾ ਸੋਸ਼ਲ ਮੀਡੀਆ ਹੈਗਾ, ਬਟ ਇਹਨੇ ਐਂਟੀ ਸੋਸ਼ਲ ਕਰਤਾ ਸਾਨੂੰ। ਅਸੀਂ ਜਿੰਨੀ ਵੀ ਡਿਸਕਸ਼ਨਸ ਹੈਗੀ ਆ ਸਾਰੀ ਵਰਚੁਅਲ ਕਰ ਰਹੇ ਹੈਗੇ ਆ, ਕੋਲ ਬੈਠ ਕੇ ਵੀ ਅਸੀਂ ਕੋਲ ਨਹੀਂ ਬੈਠ ਰਹੇ। ਤੇ ਉਹ ਕੋਹੜੀ ਫਕੀਰ ਦੇ ਸ਼ਬਦ ਕੀ ਨੇ, ਸ਼ੁਕਰ ਆ ਖੁਦਾ ਦਾ ਕਿਸੇ ਇਨਸਾਨ ਦੀ ਆਵਾਜ਼ ਮੇਰੇ ਕੰਨਾਂ 'ਚ ਪਈ। ਸਾਨੂੰ ਇਹ ਆਵਾਜ਼ਾਂ ਦੀ, ਆਪਣੇ ਕੋਲ ਬਹਿਣ ਦੀ ਅੱਜ ਇੰਨੀ ਲੋੜ ਹੈਗੀ ਆ, ਕਿਉਂਕਿ ਆਈਸੋਲੇਸ਼ਨ ਜਿਹੜੀ ਹੈਗੀ ਆ, ਜੇ ਤੁਸੀਂ ਇੱਕ ਹਾਰਵਰਡ ਯੂਨੀਵਰਸਿਟੀ ਦੀ ਰਿਸਰਚ ਨੂੰ ਦੇਖਿਆ ਹੋਏ, ਉਹਨਾਂ ਨੇ ਇੱਕ ਬਹੁਤ ਲੰਬਾ ਐਕਸਪੈਰੀਮੈਂਟ ਕੀਤਾ ਸੀ, ਕੋਈ 75-80 ਸਾਲ ਤੋਂ ਐਕਸਪੈਰੀਮੈਂਟ ਚੱਲਦਾ ਆ ਰਿਹਾ ਸੁਸਾਇਟੀ ਦੇ ਉੱਪਰ ਕਿ ਕਿਹੜੇ ਇਨਸਾਨ ਜਿਹੜੇ ਹੈਗੇ ਨੇ ਉਹ ਚੰਗਾ ਜੀਵਨ ਜਿਉਂਦੇ ਨੇ। ਤੇ 70-80 ਸਾਲ ਪਹਿਲਾਂ ਉਹਨਾਂ ਨੇ ਸ਼ੁਰੂ ਕੀਤਾ ਸੀ, ਤੇ ਉਹਨਾਂ ਨੇ ਸੁਸਾਇਟੀ ਦੇ ਵੱਖਰੇ ਵੱਖਰੇ ਜਿਹੜੇ ਹੈਗੀਆਂ ਡਿਫਰੈਂਟ ਕੀ ਲੈਵਲਸ, ਕੋਈ ਸਲਮਸ ਦੇ ਵਿੱਚੋਂ ਤੇ ਐਲੀਟ ਕਲਾਸ ਦੇ ਵਿੱਚੋਂ ਜਾਂ ਮਿਡਲ ਕਲਾਸ ਦੇ ਵਿੱਚੋਂ, ਸਾਰਿਆਂ ਪਰਿਵਾਰਾਂ ਨੂੰ ਲੈ ਕੇ ਉਹਨਾਂ ਨੇ ਆਪਣੀ ਰਿਸਰਚ ਸ਼ੁਰੂ ਕੀਤੀ। ਤੇ 16 ਦੇ ਵਿੱਚ ਉਹਨਾਂ ਨੇ 3 ਜਿਹੜੇ ਫੈਕਟ ਸੀ ਨਾ ਉਹ ਸ਼ੇਅਰ ਕੀਤੇ ਆਪਣੀ ਉਸ ਰਿਸਰਚ ਦੇ। ਤੇ ਉਹ ਫੈਕਟ ਸੀ ਕਿ ਜ਼ਿਆਦਾ ਵਧੀਆ ਲਾਈਫ ਕਿਹੜਾ ਜਿਉਂਦਾ ਹੈਗਾ ਤੇ ਲੰਮਾ ਸਮਾਂ ਕੌਣ ਜਿਉਂਦਾ ਹੈਗਾ। ਉਸ ਦਾ ਪਹਿਲਾ ਸੀ ਕਿ ਜਿਨ੍ਹਾਂ ਦਾ ਸੋਸ਼ਲ ਸਰਕਲ ਬਹੁਤ ਚੰਗਾ ਆ, ਜਿਹੜੇ ਸੋਸ਼ਲ ਕਨੈਕਟਡ ਨੇ ਆਪਸ 'ਚ, ਉਹ ਚੰਗੀ ਅਤੇ ਲੰਮੀ ਜ਼ਿੰਦਗੀ ਜੀਂਦੇ ਹੈਗੇ ਆ। ਅਤੇ ਜਿਨ੍ਹਾਂ ਕੋਲ ਕੁਆਲਿਟੀ ਰਿਲੇਸ਼ਨਸ਼ਿਪ ਹੈਗੀ ਹੈ। ਇਹ ਰਿਸਰਚ ਬੇਸਡ ਜਿਹੜਾ ਡਾਟਾ ਤੁਸੀਂ ਇੰਟਰਨੈਟ ਦੇ ਉੱਤੇ ਜਾ ਕੇ ਦੇਖ ਸਕਦੇ ਹੋ, ਯੂਟਿਊਬ ਦੇ ਉੱਤੇ ਸਾਰਾ ਕੁਝ ਪਿਆ ਹੈਗਾ ਆ ਕਿ ਸਾਨੂੰ। ਅਤੇ ਉਹਦਾ ਇੱਕ ਫੈਕਟ ਸੀ ਕਿ ਆਈਸੋਲੇਸ਼ਨ ਜਿਹੜੀ ਹੁੰਦੀ ਆ, ਇਟ ਕਿਲਸ ਏ ਪਰਸਨ। ਸਾਨੂੰ ਸੋਚਣ ਦੀ ਲੋੜ ਹੈਗੀ ਆ। ਅਤੇ ਗੁਰੂ ਪਾਤਸ਼ਾਹ ਨੇ ਸਾਨੂੰ ਸੰਗਤ ਦਾ ਜਿਹੜਾ ਸਿਧਾਂਤ ਹੈ ਅੱਜ ਤੋਂ ਕਿੰਨਾ ਚਿਰ ਪਹਿਲਾਂ ਦੇ ਦਿੱਤਾ ਕਿ ਜੋਗੀਆਂ ਦੀ ਤਰ੍ਹਾਂ ਨਹੀਂ ਰਹਿਣਾ, ਸੰਗਤ ਦੇ ਵਿੱਚ ਰਹਿਣਾ ਆ। ਅਤੇ ਅਸੀਂ ਜਦੋਂ ਆਉਂਦੇ ਹਾਂ ਨਾ ਸਾਧ ਸੰਗਤ ਇੱਥੇ ਬੈਠ ਕੇ, ਇੱਕ ਤਾਂ ਸੰਗਤ ਆ, ਹੁਣ ਅਸੀਂ ਬੈਠੇ ਹੈਗੇ ਸਾਰੇ, ਪਰ ਇੱਕ ਗੁਰੂ ਪਾਤਸ਼ਾਹ ਦੇ ਸਮੇਂ ਦੇ ਵਿੱਚ ਹੁੰਦਾ ਸੀ, ਡਾਇਲੋਗ ਬਹੁਤ ਹੁੰਦਾ ਸੀ ਗੁਰੂ ਪਾਤਸ਼ਾਹ ਦੇ ਟਾਈਮ ਦੇ ਉੱਤੇ, ਉਹ ਅਸੀਂ ਛੱਡ ਚੁੱਕੇ ਹੈਗੇ। ਅੱਜ ਸਾਨੂੰ ਡਾਇਲੋਗ ਦੀ, ਮਾफ़ ਕਰਨਾ, ਜਦੋਂ ਅਸੀਂ ਸੋਚਦੇ ਹਾਂ ਨਾ ਗੁਰੂ ਨਾਨਕ ਪਾਤਸ਼ਾਹ ਬਾਰੇ,
कि गुरु नानक पातशाह उन्हां लोकां दे नाल जाके बैठे ने जिन्हां दी विचारधारा उन्हां दे नाल बिल्कुल नहीं मेल खांदी। जोगी की आ, जोगी कहंदा कि जिहड़ा ये परिवार आ ना, इहदे विच रह के गृहस्थ धारण होके इंसान धर्म के रस्ते चल ही नहीं सकता। गुरु नानक पातशाह ने कहा कि बिल्कुल गलत आ, एक गृहस्थी ही धर्मी हो सकता, बिना गृहस्थी धर्मी हो ही नहीं सकता। जोगी कहंदे सी कि किरत जिहड़ी आ ना, ये करनी एक पाप है, तो गुरु पातशाह कहंदे सी किरती ही वड्डा हुंदा, किरती ही परमात्मा के दरबार दे विच कबूल हुंदा। हुण इन्हां दा बिल्कुल कोई आपस च मेल नहीं हैगा, बिल्कुल टोटली ओपोजिट वर्ल्ड व्यू हैगे ने। बट गुरु नानक पातशाह ने बड़े लंबे ਜਿਹੜੇ डायलॉग हैगे आ वो जोगियां दे नाल कीते। कहण तो भाव की हैगा कि साडे हो सकदा विचार किसी वेले ना भी सहमत होण, विचार वक्रे वक्रे भी होण, ईवन कि वर्ल्ड व्यू वक्रा भी होए, बट सिੱਖੀ ਦੇ ਵਿੱਚ बैठ के विचार करन दा, डायलॉग करन दा एक बहुत लंबा चौड़ा ਜਿਹੜਾ ਆ ਉਹ सिद्धांत हैगा आ, वो ਅਸੀਂ ਅੱਜ ਭੁੱਲ ਚੁੱਕੇ ਹੈਗੇ ਆ। ਅਸੀਂ ਜਦੋਂ ਗੁਰੂ ਘਰਾਂ ਦੇ ਵਿੱਚ ਆਈਏ तो साडी जिहड़ी डिस्कशन है ना, ये धर्म के उत्ते बेस्ड होनी चाहिए, छोटिया छोटिया किंतु परंतु उत्ते बेस्ड नहीं होनी चाहिए। जे प्रश्न किस तरह के होने चाहिए ने, वो तुसी बाणी सिद्ध गोष्ठ पढ़ के देख लेना कि जदों दो धर्मां वाले जां दो धर्मी, उन्हां दा धर्म हो सकता विश्वास वखरा वखरा होए, पर उन्हां दे प्रश्न किस तरह के हुंदे ने वो तुसी खुद पढ़ के देखना कि उन्हां दे प्रश्न कोई छोटे मोटे प्रश्न नहीं हुंदे, ये धर्म के प्रश्न हुंदे ने। ते अगे गुरु पातशाह का शब्द आ जी, जिहड़ा वचन आ, जिथे गुरु विसरे तिथे मिलना नहीं, कि उस इंसान दे नाल जिहड़ा रब तो टुटिया होया, रब तो भुलिया हैगा, उस दे नाल कोई भी तालमेल नहीं रखना। असी पढ़ते भी नहीं, आखां जीवां विसरे मर जाऊँ, कि वो इंसान ते असी भी इंसान कल्ले नहीं, असी भी जदों वाहिगुरू विसरदे सानू साडी आत्मक तौर पर मौत हो जाती आ, देह के तौर के उत्ते हो सकता असी सारे जींदे रहिए। ये बहुत वड्डी गल है साध संगत, क्योंकि साडा जीवन इस तरह का हैगा, असी सारे जिन्ने भी बैठे हाँ, असी अपनी लाइफ के विच वी वांट प्रोग्रेस। भावें कोई बिजनेस कर रहा, भावें कोई जॉब कर रहा आ, भावें कोई बाहरों आया आ, भावें कोई इस देश का हैगा आ, ये साडे एक इंसान के सुभाਅ का एक नैचुरल जिहा जिहड़ा आ वो पक्ष हैगा आ कि असी प्रोग्रेस चाहुंदे आ। पर जिवें असी अपनी लाइफ च प्रोग्रेस चाहुंदे आ, गुरु पातशाह भी साडी जिंदगी दे विच साडी स्पिरिचुअल प्रोग्रेस चाहुंदे हैगे, कि ये नहीं कि जिथे साडा सिख, मेरा सिख, गुरु पातशाह कहंदे अज खड़ा 10 साल बाद भी उत्थे खड़ा होए, उहदे अंदर स्पिरिचुअल तौर पर कोई प्रोग्रेस ही ना होए। तो जदों असी अपने शरीर वाल देखते हैगे आ, तो ये बाई डिफॉल्ट जिहड़ा हैगा अपने अंत दे वल वधदा जा रहा है। जन्म तो लैके जदों तक असी अज इत्थों तक पहुँचे हाँ, असी ये तो नहीं किता भी अज असी उठे हाँ तो अज मैनूं अपने शरीर नूं वड्डा करन दे लई कोई मेहनत करनी पैनी है। ये साडे अंदर परमात्मा वालों एक साडा बॉडी का सिस्टम इस तरह का हैगा आ, पर धर्म इस तरह नहीं चलता। जे असी अपनी स्पिरिचुअल लाइफ नूं अगे लैके जाना हैगा आ, उहदे लई सानूं मेहनत करनी पेगी। वो बाई डिफॉल्ट नहीं हुंदी, वो फिजिकल बॉडी की तरह नहीं वर्क करती, उत्थे घालना घालनी पेगी। असी पढ़ते भी हैं, जिन्नी नाम ध्याया गए मसक्कत घाल, वो मसक्कत आ, वो घाल आ, किरत कमाई आ, नाम की किरत कमाई है। जिन्हों ने फिर गुरु पातशाह कहते नानक ते मुख उजले केती छुट्टी, कि वो आप ते उजल हुंदे ने, आप ते चानण बनते हैं, वो कई होरनां नूं भी चानण वंडदे ने। ये जागे हुए की निशानी होती है। तो जिथे वाहिगुरू नूं विसरन वाले बंदे होण, उत्थे उन्हां दे नाल कोई भी संबंध नहीं रखना। कबीर साहब का बचन है जी, कबीर साकत संग न कीजिए दूरों जाइए भाग, कि जिहड़ा साकत वो हुंदा जिहड़ा रब नालों टुटिया होए, जिन्हों जिहड़ा रब नूं भुल के रब तो किनारा करके बैठा होए। क्योंकि जिहड़ा धर्मी बंदा होएगा साध संगत जी, जिहदे अंदर धर्म होएगा, पहरावे की गल नहीं कर रहे, जिहदे अंदर धर्म होएगा वो ना तो कदी किसी नूं माड़ा बोलदा आ ते ना किसी का दिल दिखाउंदा आ। वो इस चीज़ नूं सिर्फ बोलदा नहीं कि सब मैं जोत जोत है, वो मन के चलदा, उन्होंने पता कि हर दिल दे विच, हर हिरदे दे विच वो जिहड़ा इंसान आ वो बैठा हैगा। ते गुरु पातशाह का अगला जिहड़ा हैगा जी वचन, कमाई विचों जिस दसवंध दिता उस घर सभो सुख। दसवंध अपनी किरत कमाई दे विचों, ये बहुत वड्डी गल आ कि गुरु नानक पातशाह ने मलक भागो दे जिहड़े पकवान है ना,
ਉਹ ਰੱਦ ਕੀਤੇ ਆ। ਕਹਿਣ ਤੋਂ ਭਾਵ ਉਹ ਕਮਾਈ ਗੁਰੂ ਦੇ ਦਰ ਦੇ ਉੱਤੇ ਕਦੇ ਕਬੂਲ ਨਹੀਂ ਹੁੰਦੀ ਜਿਹਦੇ ਵਿੱਚ ਸੁੱਚੀ ਕਿਰਤ ਨਹੀਂ ਹੁੰਦੀ। ਹੋ ਸਕਦਾ ਗੁਰੂ ਨਾਨਕ ਪਾਤਸ਼ਾਹ ਨੂੰ ਸਾਡਾ 1 ਸੈਂਟ ਕਬੂਲ ਹੋਏ ਜੇ ਉਹ ਸਾਡੀ ਸੁੱਚੀ ਕਿਰਤ ਦਾ ਆ, ਅਤੇ ਜੇ ਉਹ ਸਾਡੀ ਸੁੱਚੀ ਕਿਰਤ ਦਾ ਨਹੀਂ ਹੈਗਾ, ਭਾਵੇਂ ਸਾਧ ਸੰਗਤ ਅਸੀਂ ਮਿਲੀਅਨਸ ਬਿਲੀਅਨਸ ਡਾਲਰ ਦਾ ਗੁਰੂ ਘਰਾਂ ਦੇ ਵਿੱਚ ਸੋਨਾ ਚਾੜ ਦਈਏ, ਉਹ ਸਾਨੂੰ ਤਾਂ ਕਬੂਲ ਹੋਏਗਾ, ਗੁਰੂ ਨਾਨਕ ਪਾਤਸ਼ਾਹ ਨੂੰ ਕਬੂਲ ਨਹੀਂ ਹੋਏਗਾ। ਅਤੇ ਦਸਵੰਧ ਹਮੇਸ਼ਾ ਨੇਕ ਕਮਾਈ 'ਚੋਂ ਦੇਣਾ, ਅਤੇ ਮਾਂ ਬਾਪ ਦੀ ਸੇਵਾ ਹੀ ਭਗਤੀ ਹੈ। ਕਿ ਭਗਤੀ ਦਾ ਇੱਕ ਰੂਪ ਇਕੱਲਾ ਵਾਹਿਗੁਰੂ ਵਾਹਿਗੁਰੂ ਕਰਨਾ ਨਹੀਂ ਹੁੰਦਾ, ਉਹ ਮਾਂ ਬਾਪ ਦੀ ਸੇਵਾ ਕਰਨੀ। ਅੱਜ ਜਦੋਂ ਅਸੀਂ ਕਥਾ ਸੁਣਦੇ ਹਾਂ, ਮਸਕੀਨ ਜੀ ਦਾ ਬਚਨ ਇੱਕ ਬੜਾ ਪਿਆਰਾ ਲੱਗਦਾ। ਕਹਿੰਦੇ ਜਿਸ ਨੇ ਪਰਮਾਤਮਾ ਦੀ ਖਲਕਤ ਨੂੰ ਪਿਆਰ ਨਹੀਂ ਕੀਤਾ, ਖਲਕਤ ਕੀ ਉਸ ਦੀ ਬਣਾਈ ਹੋਈ ਦੁਨੀਆ, ਉਸਨੇ ਕਦੇ ਖੁਦਾ ਨੂੰ ਪਿਆਰ ਵੀ ਨਹੀਂ ਕਰਨਾ। ਕਿ ਜੇ ਰੱਬ ਦੀ ਬਣਾਈ ਹੋਈ ਕਿਰਤ ਨੂੰ ਅਸੀਂ ਪਿਆਰ ਨਾ ਕਰਦੇ ਤਾਂ ਕਰਤੇ ਨੂੰ ਕਦੇ ਪਿਆਰ ਨਹੀਂ ਕਰ ਸਕਦੇ। ਕਹਿਣ ਤੋਂ ਭਾਵ ਕਿ ਇਹ ਸਾਡੇ ਅੰਦਰ ਸਾਰੀਆਂ ਵੈਲਿਊਜ਼ ਜਿਹੜੀਆਂ ਆ ਉਹ ਹੋਣੀਆਂ ਚਾਹੀਦੀਆਂ ਆ। ਅਤੇ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਦੇ ਵਿੱਚ ਤੁਸੀਂ ਅੰਤਲਾ ਸਮਾਂ ਪੜ੍ਹ ਕੇ ਦੇਖੋ, ਸਾਖੀਕਾਰਾਂ ਲਿਖਿਆ ਹੈਗਾ ਕਿ ਉਹਨਾਂ ਨੇ ਆਪਣੇ ਮਾਂ ਪਿਓ ਦੀ ਕਿੰਨੀ ਸੇਵਾ ਕੀਤੀ ਹੈਗੀ। ਕਈ ਕਿਉਂਕਿ ਅੱਜ ਇੰਨਾ ਕਹਿੰਦੇ ਨੇ ਕਿ ਗੁਰੂ ਨਾਨਕ ਪਾਤਸ਼ਾਹ ਨੇ ਕਹਿਣਾ ਨਹੀਂ ਮੰਨਿਆ, ਉਹ 2-4 ਸਾਖੀਆਂ ਪਤਾ ਹੁੰਦੀਆਂ, ਸਾਰੀ ਲਾਈਫ ਉਹਨਾਂ ਦੀ ਪੜ੍ਹੀ ਨਹੀਂ ਹੁੰਦੀ। ਜੇ ਪੜ੍ਹ ਕੇ ਦੇਖਾਂਗੇ ਉੱਥੇ ਮਾਤਾ ਦਾ ਅਤੇ ਪਿਤਾ ਦੀ ਕਿੰਨੀ ਸੇਵਾ ਪਈ ਹੈਗੀ ਕਰਤਾਰਪੁਰ ਦੇ ਵਿੱਚ, ਇਹ ਵੀ ਸਾਖੀਆਂ ਦੇ ਵਿੱਚ ਮਿਲਦਾ। ਅਤੇ ਅਗਲਾ ਹੈ ਜੀ, ਹਾਕਮ ਬਨ ਕਿਸੇ 'ਤੇ ਰੋਹਬ ਨਾ ਪਾਓ। ਕਿ ਜੇ ਵਾਹਿਗੁਰੂ ਨੇ ਕੋਈ ਸਟੇਟਸ ਦਿੱਤਾ ਹੈਗਾ ਆ, ਉਸ ਲਈ ਨਿਮਾਣੇ ਬੰਨਾ, ਗੁਰੂ ਦਾ ਸ਼ੁਕਰ ਕਰਨਾ ਹੈ। ਕਿਸੇ ਦੇ ਉੱਤੇ ਆਪਣਾ ਰੋਹਬ ਦਾ ਜਿਹੜਾ ਸਟੇਟਸ ਆ ਉਸ ਦਾ ਰੋਹਬ ਨਹੀਂ ਚਾੜਨਾ ਹੈਗਾ। ਕਹਿਣ ਤੋਂ ਭਾਵ ਨੀਵੇਂ ਬਣ ਕੇ ਰਹਿਣਾ। ਨੀਚਾ ਅੰਦਰ ਨੀਚ ਜਾਤ, ਨੀਚੀ ਹੂ ਅਤ ਨੀਚ, ਨਾਨਕ ਤਿਨਕੇ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਕਿ ਮਨ ਕਰਕੇ ਅਸੀਂ ਮੰਗਦੇ ਅਰਦਾਸ 'ਚ ਕੀ ਆ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ। ਬਟ ਪ੍ਰੈਕਟਿਸ 'ਚ ਕੀ ਹੈਗਾ ਸਾਡੀ 'ਚ, ਓਪੋਜ਼ਿਟ ਕਰ ਦਿੰਦੇ ਆ। ਮਨ ਜਿਹੜਾ ਹੰਕਾਰੀ ਹੋਇਆ ਪਿਆ ਆ, ਮਨ ਹਾਥੀ ਬਣਿਆ ਪਿਆ ਆ, ਅਤੇ ਜਿਹੜੀ ਮੱਤ ਆ ਉਹ ਨੀਵੀਂ ਹੋਈ ਪਈ ਆ। ਸਾਨੂੰ ਇਹ ਨਹੀਂ ਪਤਾ ਕਿ ਅਸੀਂ ਗੁਰੂ ਕੋ ਮੰਗ ਕੇ ਕੀ ਜਾਂਦੇ ਹਾਂ ਅਤੇ ਬਾਹਰ ਜਾ ਕੇ ਕਰਦੇ ਕੀ ਹੈਗੇ। ਅਰਦਾਸ ਦੇ ਇੱਕ ਬੋਲ ਨੂੰ ਜਿੰਨੇ ਸਮਝ ਲਿਆ ਨਾ ਸਾਧ ਸੰਗਤ, ਉਹਦਾ ਜੀਵਨ ਬਦਲ ਜਾਏਗਾ। ਜੋ ਕੁਛ ਅਸੀਂ ਮੰਗ ਰਹੇ ਹੈਗੇ ਆ, ਗੁਰੂ ਦੇ ਸਾਹਮਣੇ ਖਲੋ ਕੇ ਜੋ ਮੰਗਿਆ ਉਹ ਸਿਰਫ ਬੋਲਾਂ ਤੱਕ ਨਹੀਂ ਸੀਮਤ ਹੈਗਾ, ਉਹ ਸਾਡੇ ਜੀਵਨ 'ਚ ਵੀ ਹੋਣਾ ਚਾਹੀਦਾ। ਅਤੇ ਅਗਲਾ ਹੈ ਜੀ, ਰਾਜ ਦੀ ਜੜ ਪ੍ਰਜਾ ਹੈ, ਪ੍ਰਜਾ ਨੂੰ ਦੁਖੀ ਰੱਖਣਾ ਜੜ 'ਤੇ ਕੁਹਾੜਾ ਮਾਰਨ ਤੁਲ ਹੈ। ਅਤੇ ਗੁਰਬਾਣੀ ਦਾ ਫਰਮਾਨਿਆ ਜੀ, ਤਖਤ ਬਹੇ ਤਖਤੇ ਕੀ ਲਾਇਕ। ਕਿ ਕੈਪੇਬਲ ਜਿਹੜਾ ਹੁੰਦਾ ਨਾ, ਉਹੀ ਕਿਸੇ ਵੱਡੀ ਪੋਜੀਸ਼ਨ ਨੂੰ ਸਾਂਭ ਸਕਦਾ ਆ। ਹਰ ਕੋਈ ਬੰਦਾ ਉਸ 'ਤੇ ਲਾਇਕ ਨਹੀਂ ਹੁੰਦਾ। ਅਤੇ ਜਸਟਿਸ ਮੇਨਟੇਨ ਕਰਨਾ, ਲਾਅ ਐਂਡ ਆਰਡਰ ਮੇਨਟੇਨ ਕਰਨਾ ਇੱਕ ਸਟੇਟ ਦੀ ਡਿਊਟੀ ਆ। ਅਤੇ ਜਿਹੜੇ ਵੀ ਇਸ ਪੋਜੀਸ਼ਨ 'ਚ ਬੈਠੇ ਹੈਗੇ ਨੇ ਉਹ ਇਸ ਨੂੰ ਬਾਖੂਬੀ ਨਿਭਾਉਣ। ਅਤੇ ਇੰਨੀਆਂ ਕੁ ਸਾਧ ਸੰਗਤ ਜਿਹੜੀਆਂ ਹੈਗੀਆਂ ਨੇ ਉਹ ਗੁਰੂ ਪਾਤਸ਼ਾਹ ਦੇ ਜੀਵਨ ਦੇ ਵਿੱਚ ਹੋਰ ਵੀ ਬਹੁਤ ਕੁਛ ਆ ਜਿਹੜਾ ਸਾਨੂੰ ਮਿਲਦਾ ਹੈਗਾ। ਗੁਰੂ ਪਾਤਸ਼ਾਹ ਆਪ ਕਥਾ ਕਰਦੇ ਹੁੰਦੇ ਸੀ, ਸਵੇਰੇ ਦਰਬਾਰ ਦੇ ਵਿੱਚ ਆ ਕੇ ਗੁਰਬਾਣੀ ਦੇ ਸ਼ਬਦ ਦੀ ਜਿਹੜੀ ਆ ਉਹ ਸਾਂਝ ਪਾਉਂਦੇ ਹੈਗੇ ਸੀ। ਅਤੇ ਇੱਕ ਜਿਹੜੀ ਸਾਖੀ ਉਹਨਾਂ ਦੇ ਜੀਵਨ 'ਚ ਬਹੁਤ ਹੋਰ ਇੰਪੋਰਟੈਂਟ ਮਿਲਦੀ ਹੈਗੀ ਆ ਕਿ ਇੱਕ ਦਫਾ ਜਿਹੜਾ ਬਾਦਸ਼ਾਹ ਸ਼ਾਹਜਹਾਨ ਦਾ ਪੁੱਤਰ ਆ, ਉਸ ਉਹ ਬਿਮਾਰ ਹੋ ਜਾਂਦਾ ਹੈਗਾ। ਪ੍ਰਿੰਸ ਜਿਹੜਾ ਹੈਗਾ ਖੁਸਰੋ, ਮੌਜ਼ਮ ਜਿਹੜਾ ਸੀ, ਦਾਰਾ ਸ਼ਿਕੋ ਜਿਹੜਾ ਸੀ ਉਹ ਬਿਮਾਰ ਹੋ ਗਿਆ। ਅਤੇ ਉਸ ਨੂੰ ਠੀਕ ਕਰਨ ਦੇ ਲਈ ਇਤਿਹਾਸਕਾਰ ਇਹ ਵੀ ਲਿਖਦੇ ਨੇ ਕਿ ਉਸ ਨੂੰ ਜਿਹੜਾ ਸਵੀਟ ਪੁਆਇਜ਼ਨ ਹੈਗਾ ਆ ਉਹਦੇ ਭਰਾ ਔਰੰਗਜ਼ੇਬ ਦੁਆਰਾ ਦਿੱਤਾ ਜਾਂਦਾ ਹੈਗਾ, ਅਤੇ ਜਿਹਦੇ ਕਰਕੇ ਉਹ ਬਿਮਾਰ ਹੋ ਜਾਂਦਾ। ਅਤੇ ਉਹਨੂੰ ਠੀਕ ਕਰਨ ਦੇ ਲਈ ਜਿਹੜੀਆਂ ਜੜੀਆਂ ਬੂਟੀਆਂ ਨੇ ਉਹ ਗੁਰੂ ਪਾਤਸ਼ਾਹ ਦੇ ਬਗੀਚੇ ਦੇ ਵਿੱਚ ਸਨ, ਕਿਉਂਕਿ ਬੋਟੈਨਿਕ ਗਾਰਡਨ, ਇੱਕ ਹਰਬਸ ਦਾ ਗਾਰਡਨ ਗੁਰੂ ਪਾਤਸ਼ਾਹ ਨੇ ਕੀਰਤਪੁਰ ਸਾਹਿਬ ਲਗਾਇਆ ਹੁੰਦਾ ਸੀ। ਅਤੇ ਜਦੋਂ ਮੁਗਲ ਦਰਬਾਰ ਦੇ ਅਹਿਲਕਾਰ ਉੱਥੇ ਆਉਂਦੇ ਨੇ, ਮੰਗ ਕਰਦੇ ਨੇ, ਅਤੇ ਗੁਰੂ ਪਾਤਸ਼ਾਹ ਜੜੀਆਂ ਬੂਟੀਆਂ ਦੇ ਦਿੰਦੇ ਨੇ, ਹਰਬਸ ਜਿਹੜੀਆਂ ਸੀ ਉਹ ਦੇ ਦਿੰਦੇ ਸਾਰੀਆਂ। ਅਤੇ ਕੁਝ ਸਿੱਖਾਂ ਦੇ ਮਨ ਦੇ ਵਿੱਚ ਡਾਊਟ ਆਉਂਦਾ, ਗੁਰੂ ਪਾਤਸ਼ਾਹ ਨੂੰ ਸਵਾਲ ਕਰਦੇ, ਕਹਿੰਦੇ ਉਹ ਮੁਗਲ ਨੇ ਜਿਨ੍ਹਾਂ ਨੇ ਤੁਹਾਡੇ ਦਾਦੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਨਾਲ ਜੰਗਾਂ ਲੜੀਆਂ ਅਤੇ ਤੁਹਾਡੇ ਪੜਦਾਦੇ ਨੂੰ ਸ਼ਹੀਦ ਕੀਤਾ ਗੁਰੂ ਅਰਜਨ ਦੇਵ ਪਾਤਸ਼ਾਹ ਨੇ, ਅਤੇ ਤੁਸੀਂ ਇਹਨਾਂ ਦਾ ਹੀ ਭਲਾ ਕਰ ਰਹੇ ਹੋ। ਅਤੇ ਗੁਰੂ ਪਾਤਸ਼ਾਹ ਦੇ ਜਿਹੜੇ ਬਚਨ ਸੀ, ਕਹਿੰਦੇ ਜਦੋਂ ਇਨਸਾਨ ਇੱਕ ਹੱਥ ਨਾਲ ਫੁੱਲ ਤੋੜਦਾ ਅਤੇ ਦੂਸਰੇ ਹੱਥ ਨਾਲ ਕਿਸੇ ਦੂਸਰੇ ਨੂੰ ਦੇ ਦਿੰਦਾ ਨਾ, ਜਿਹੜਾ ਫੁੱਲ ਹੁੰਦਾ ਉਹ ਦੋਵਾਂ ਹੱਥਾਂ ਨੂੰ ਮਹਿਕ ਦਿੰਦਾ ਆ। ਜੇ ਦੂਸਰੀ ਉਦਾਹਰਨ ਸੀ ਕਿ ਜਦੋਂ ਕੁਹਾੜੇ ਦੇ ਨਾਲ ਅਸੀਂ ਚੰਦਨ ਦੇ ਦਰਖਤ ਨੂੰ ਕੱਟੀਏ, ਜਿਹੜਾ ਚੰਦਨ ਦਾ ਦਰਖਤ ਹੁੰਦਾ ਆ ਉਸ ਕੁਹਾੜੇ ਨੂੰ ਵੀ ਮਹਿਕ ਦੇ ਦਿੰਦਾ। ਕਹਿਣ ਤੋਂ ਭਾਵ ਕੱਟਣ ਨੂੰ ਕਿ ਸਿੱਖ ਨੇ ਆਪਣੇ ਜੀਵਨ ਦੇ ਵਿੱਚ ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮਕੋ ਬਣ
ਆਈ ਇਸ ਕੀਮਤ ਨੂੰ ਅੰਦਰ ਧਾਰਨ ਕਰਕੇ ਰੱਖਣਾ ਹੈਗਾ ਆ। ਇਹ ਬਹੁਤ ਵੱਡੀ ਕੀਮਤ ਹੈਗੀ ਸਾਧ ਸੰਗਤ। ਅਸੀਂ ਮਾफ़ ਕਰਨਾ, ਅਸੀਂ ਆਪਣਿਆਂ ਦੇ ਨਾਲ ਹੀ ਮਨ 'ਚ ਵੈਰ ਵਿਰੋਧ ਗਿਲੇ ਸ਼ਿਕਵੇ ਰੱਖ ਲੈਂਦੇ ਹੈਗੇ ਆ, ਅਤੇ ਲਾਸਟ 'ਤੇ ਕੀ ਮੰਗਦੇ ਆ? ਨਾਨਕ ਨਾਮ ਤੇਰੇ ਭਾਣੇ ਸਰਬਤ ਦਾ ਭਲਾ। ਸਾਨੂੰ ਆਪਣੀ ਮੰਗ ਵੱਲ, ਆਪਣੇ ਬੋਲਾਂ ਵੱਲ ਅਤੇ ਆਪਣੇ ਵਿਵਹਾਰ ਵੱਲ, ਆਪਣੀ ਪ੍ਰੈਕਟਿਸ ਵੱਲ ਵੀ ਨੀਡ ਟੂ ਬੀ ਕੌਨਸ਼ੀਅਸ ਵਾਟ ਵੀ ਆਰ ਸੀਕਿੰਗ ਐਂਡ ਵਾਟ ਵੀ ਆਰ ਡੂਇੰਗ। ਸੋ ਇੰਨੀਆਂ ਕੁ ਬੇਨਤੀਆਂ ਸਾਧ ਸੰਗਤ ਜੀ ਪ੍ਰਵਾਨ ਕਰਨੀਆਂ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਲਈ ਗੁਰੂ ਪਾਤਸ਼ਾਹ ਸਾਧ ਸੰਗਤ ਬਖਸ਼ਣਯੋਗ ਆ ਜੀ, ਬਖਸ਼ ਲੈਣਾ। ਦਿਓ ਅਸੀਸ, ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।